ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਤਿਨ ਬੱਬਰ ਤੇ ਤੁਸੀਂ ਦੇਖ ਰਹੇ ਹੋ ਜੇਪੀਬੀ ਨਿਊਜ਼ 24। ਅੱਜ ਅਸੀਂ ਆਏ ਹਾਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਹੈ। ਆਖਰੀ ਉਮੀਦ ਆਪਾਂ ਕਿਸ ਚੀਜ਼ ਤੇ ਰੱਖਦੇ ਹਾਂ? ਆਖਰੀ ਉਮੀਦ ਅਸੀਂ ਰੱਖਦੇ ਹਾਂ ਉਸ ਵਾਹਿਗੁਰੂ ਦੇ, ਉਸ ਅੱਲਾ ਤੇ, ਉਸ ਪਰਮੇਸ਼ਵਰ ਤੇ, ਕਿਉਂਕਿ ਜਦੋਂ ਆਪਾਂ ਹਰ ਪਾਸਿਓਂ ਹਾਰ ਜਾਂਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾਂਦੇ ਹਾਂ। ਤੇ ਜਿਵੇਂ ਕਿ ਤੁਹਾਨੂੰ ਪਤਾ, ਪਰਮਾਤਮਾ ਨੇ ਕਿਸੇ ਨਾ ਕਿਸੇ ਨੂੰ ਆਪਣਾ ਥੰਮ ਬਣਾ ਕੇ ਅੱਗੇ ਕਰਦਾ ਹੈ, ਸੇਵਾ ਕਰਨ ਲਈ ਅੱਗੇ ਕਰਦਾ ਹੈ। ਉੱਦਾਂ ਹੀ ਇੱਥੇ ਇੱਕ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਖੁੱਲ੍ਹੀ ਹੈ ਤੇ ਅੱਜ ਅਸੀਂ ਆਏ ਹਾਂ ਉੱਥੇ। ਤੇ ਤੁਸੀਂ ਸਾਡੇ ਪਿੱਛੇ ਦੇਖ ਸਕਦੇ ਹੋ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵਿੱਚ ਹਰ ਤਰ੍ਹਾਂ ਦਾ ਲੋੜਵੰਦਾਂ ਲਈ ਖਾਣਾ, ਕੱਪੜੇ, ਜੋ ਚੀਜ਼ਾਂ ਉਹਨਾਂ ਨੂੰ, ਦਵਾਈਆਂ, ਹਰ ਚੀਜ਼ ਉਹਨਾਂ ਨੂੰ ਇੱਥੇ ਮੁਹੱਈਆ ਕਰਵਾਈ ਜਾਂਦੀ ਹੈ। ਤੇ ਹੁਣ ਅਸੀਂ ਇੱਥੇ ਜੋ ਇਹਨਾਂ ਦੇ ਫਾਊਂਡਰ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਅੱਜ ਸਾਡੇ ਨਾਲ ਨੇ ਜਤਿੰਦਰਪਾਲ ਸਿੰਘ ਜੀ, ਜੋ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੇ ਫਾਊਂਡਰ ਹੈ। ਇਹਨਾਂ ਕੋਲੋਂ ਅਸੀਂ ਪੁੱਛਦੇ ਹਾਂ ਕਿ ਆਖਰੀ ਉਮੀਦ ਹੀ ਇਹਨਾਂ ਨੇ ਇਸ NGO ਦਾ ਨਾਮ ਕਿਉਂ ਰੱਖਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਤੁਸੀਂ ਇਸ ਤੋਂ ਪਹਿਲਾਂ ਦੱਸ ਹੀ ਦਿੱਤਾ ਸਾਰਾ ਕੁਝ ਕਿ ਜਦੋਂ ਕਿਸੇ ਦੀ ਉਮੀਦ ਅਖੀਰੀ ਉਮੀਦ ਰਹਿ ਜਾਂਦੀ ਹੈ ਤੇ ਉਹਨੂੰ ਅਸੀਂ ਨਾਮ ਦਿੰਦੇ ਹਾਂ ਕਿ ਆਖਰੀ ਉਮੀਦ। ਵਾਹਿਗੁਰੂ ਪਰਮਾਤਮਾ, ਅੱਲਾ, ਗੋਡ, ਇਹ ਸਾਡੇ ਕੋਲੋਂ ਸੇਵਾ ਲੈ ਰਹੇ ਨੇ। ਆਖਰੀ ਉਮੀਦ ਜਿਨ੍ਹਾਂ ਲੋਕਾਂ ਦੀ ਕਿ ਮਤਲਬ ਉਹਨਾਂ ਦੇ ਨਾਲ ਕੋਈ ਰਿਲੇਟਿਵ, ਰਿਸ਼ਤੇਦਾਰ, ਯਾਰ ਦੋਸਤ, ਭੈਣ ਭਰਾ ਨਹੀਂ ਖੜਾ ਹੁੰਦਾ ਜਾਂ ਉਹਨਾਂ ਦੀਆਂ ਸਾਰੀਆਂ ਆਸਾਂ ਟੁੱਟ ਜਾਂਦੀਆਂ ਨੇ, ਸਭ ਤੋਂ ਵੱਡੀ ਆਸ ਵਾਹਿਗੁਰੂ ਦੀ ਹੈ। ਔਰ ਵਾਹਿਗੁਰੂ ਜੀ ਸਾਡੀ ਇਸ ਸੰਸਥਾ ਦੇ ਕੋਲੋਂ, ਆਖਰੀ ਉਮੀਦ ਕੋਲੋਂ, ਇੱਦਾਂ ਹੀ ਨਿਰੰਤਰ ਸੇਵਾਵਾਂ ਪਿਛਲੇ 3 ਸਾਲ ਤੋਂ ਲੈ ਰਹੇ। ਜਿਵੇਂ ਕਿ ਤੁਹਾਨੂੰ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਨੇ ਪਿਛਲੇ 3 ਸਾਲ ਤੋਂ ਇਹ ਸੇਵਾ ਵਿੱਚ, ਇਹ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੀ ਸੇਵਾ ਕਰ ਰਹੇ ਨੇ। ਇਹ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਕਿਸ ਤਰ੍ਹਾਂ ਨਾਲ ਆਇਆ? ਇਹ ਵੀਰ ਜੀ 2018 ਦੇ ਵਿੱਚ ਅਸੀਂ ਸਾਰੇ ਹੀ ਆਪਣੇ ਸੱਜਣ ਮਿੱਤਰ, ਵਲੰਟੀਅਰਸ, ਜਿਹੜੇ ਕਿ ਅੱਜ ਵੀ ਸਾਡੇ ਨਾਲ ਉਹੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ, ਅਸੀਂ ਬੈਠ ਕੇ ਇੱਕ ਦੂਸਰੇ ਨਾਲ ਇਹੀ ਸਲਾਹ ਕੀਤੀ ਕਿ ਸਮਾਜ ਦੇ ਵਾਸਤੇ ਕੁਝ ਨਾ ਕੁਝ ਵਧੀਆ ਕੀਤਾ ਜਾਵੇ। ਜੋ 84 ਲੱਖ ਜੂਨਾਂ ਬਾਅਦ ਇਹ ਸੰਸਾਰਕ ਜੀਵਨ ਦੇ ਵਿੱਚ ਇਹ ਸਰੀਰ ਸਾਨੂੰ ਦੁਆਰ ਤੋਂ ਮਿਲਣਾ ਹੈ ਜਾਂ ਅੱਜ ਮਿਲਿਆ ਹੈ, ਔਰ ਉਹਦੇ ਜਿੰਦੇ ਜੀ ਅਸੀਂ ਕੁਝ ਸਮਾਜ ਦੇ ਵਿੱਚ ਆਪਣੀ ਪਛਾਣ ਇਹੋ ਜਿਹੀ ਛੱਡ ਜਾਈਏ ਕਿ ਲੋਕੀ ਸਾਨੂੰ ਯਾਦ ਕਰਨ। ਇਸ NGO ਦੇ ਵਿੱਚ ਕਿੰਨੇ ਤੁਹਾਡੇ ਨਾਲ ਮੈਂਬਰਸ ਨੇ ਤੇ ਕਿੰਨੇ ਲੋਕ ਤੁਹਾਡੇ ਨਾਲ ਐਟ ਪ੍ਰੈਜ਼ੈਂਟ ਕੰਮ ਕਰ ਰਹੇ ਨੇ? ਇਸ ਤਰ੍ਹਾਂ ਕਿ ਵੀਰ ਜੀ ਸਾਡੀ ਇਸ ਸੰਸਥਾ ਦੇ ਕੋਲ ਅੱਜ 2018 ਤੋਂ ਚੱਲਦਿਆਂ ਬਹੁਤ ਪਰਿਵਾਰ, ਬਹੁਤ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਸੰਸਥਾ ਨਾਲ ਜੁੜ ਚੁੱਕੇ ਨੇ। ਔਰ ਵਲੰਟੀਅਰਸ ਦੀ ਗੱਲ ਕਰੀਏ ਤਾਂ 18 ਤੋਂ 20 ਵਲੰਟੀਅਰਸ, ਉਹ ਮੇਰੇ ਬ੍ਰਦਰ, ਮੇਰੇ ਭਰਾ, ਮੇਰੇ ਸੱਜਣ, ਮੇਰੇ ਯਾਰ ਦੋਸਤ, ਮੇਰੀਆਂ ਬਾਹਾਂ ਸੱਜੀਆਂ ਖੱਬੀਆਂ, ਜਿਸ ਤਰ੍ਹਾਂ ਕਿ ਦਲੇਰ ਭਾਜੀ, ਵਿਸ਼ਾਲ ਭਾਜੀ, ਹਰਮਿੰਦਰ ਜੀ, ਆਪਣੇ ਵਿੱਕੀ ਭਾਜੀ, ਔਰ ਹੋਰ ਵੀ ਦੀਪਕ ਰਾਜਪਾਲ ਜੀ ਨੇ, ਮਨਪ੍ਰੀਤ ਜੀ ਨੇ, ਹੋਰ 2-3 ਸੱਜਣ ਮਿੱਤਰ ਜਿਹੜੇ ਕਿ ਸਾਡੇ ਨਾਲ ਹਰ ਜਗ੍ਹਾ ਦੇ ਉੱਤੇ ਸੰਸਕਾਰ ਦੀ ਸੇਵਾ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਨਿਰੰਤਰ ਰੂਪ ਦੇ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ, ਕਰੋਨਾ ਕਾਲ ਦੇ ਚਲਦਿਆਂ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਕਰੋਨਾ ਦੇ ਨਾਲ, ਉਹਨਾਂ ਦੇ ਸੰਸਕਾਰ ਦੀ ਸੇਵਾ ਬਿਲਕੁਲ ਨਿਸ਼ਕਾਮ ਰੂਪ ਦੇ ਵਿੱਚ ਉਸ ਪਰਮਾਤਮਾ ਨੇ, ਵਾਹਿਗੁਰੂ ਨੇ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਕੋਲੋਂ ਲਈ। ਕਰੋਨਾ ਕਾਲ ਦੇ ਚਲਦਿਆਂ 2020 ਤੋਂ ਲੈ ਕੇ ਅੱਜ ਤੱਕ ਨਿਰੰਤਰ ਇਹ ਸੇਵਾਵਾਂ ਕਰਦਿਆਂ 169 ਸੰਸਕਾਰ, 169 ਕਰਮੇਸ਼ਨ ਸੰਸਥਾ ਦੇ ਕੋਲੋਂ ਉਸ ਪਰਮਾਤਮਾ ਨੇ ਆਪਣੇ ਅੰਗ ਸੰਗ ਸਹਿਯੋਗ ਕਰਾਏ। ਜਿਵੇਂ ਕਿ ਤੁਸੀਂ ਦੱਸਿਆ ਕਿ ਕਰੋਨਾ ਕਾਲ ਦੇ ਵਿੱਚ, ਜਿਵੇਂ ਕਿ ਤੁਹਾਨੂੰ ਸਭ ਨੂੰ ਵੀ ਪਤਾ ਕਿ ਕਰੋਨਾ ਕਾਲ ਦੇ ਵਿੱਚ ਕੋਈ ਵੀ ਕਿਸੇ ਦਾ ਸੰਸਕਾਰ ਨੂੰ ਕਿਸੇ ਦੀ ਬੋਡੀ ਦੇ ਕੋਲ ਜਾਣ ਨਹੀਂ ਦਿੰਦਾ। ਤੇ ਤੁਸੀਂ ਜਿਵੇਂ ਦੱਸਿਆ 169 ਜੀ 169 ਇਹਨਾਂ ਨੇ ਹੁਣ ਤੱਕ ਸੰਸਕਾਰ ਕੀਤੇ ਹੋਏ। ਉਹਦੇ ਵਿੱਚ ਤੁਹਾਡੀ NGO ਵੱਲੋਂ ਕਿਸੇ ਨੂੰ ਕਰੋਨਾ ਦਾ ਕੋਈ ਪ੍ਰਕੋਪ ਨੇ ਮਾਰ ਮਾਰੀ? ਨਹੀਂ ਜੀ, ਹਜੇ ਤੱਕ ਤਾਂ ਉਸ ਗੁਰੂ ਰਾਮਦਾਸ ਜੀ ਦੀ ਬਹੁਤ ਕਿਰਪਾ ਰਹੀ ਹੈ। 2020 ਤੋਂ ਚਲਦਿਆਂ ਹੁਣ ਤੱਕ ਜਿੰਨੇ ਵੀ ਸੰਸਕਾਰ ਸਾਡੀ ਸੰਸਥਾ ਵੱਲੋਂ ਕੀਤੇ ਗਏ, ਔਰ ਜਿੰਨੇ ਵੀ ਮੇਰੇ ਵੀਰ, ਭਾਵੇਂ ਦਲੇਰ ਭਾਜੀ, ਹਰਮਿੰਦਰ ਭਾਜੀ, ਮਨਪ੍ਰੀਤ ਜੀ, ਰਾਜਪਾਲ ਜੀ, ਵਿਸ਼ਾਲ ਜੀ, ਜਾਂ ਜਿੰਨੇ ਵੀ ਸਾਡੇ ਨਾਲ ਇਹ ਸੇਵਾਵਾਂ ਨਿਭਾਈਆਂ ਨੇ, ਉਹ ਆਪ ਤਾਂ ਤੰਦਰੁਸਤ ਰਹੇ, ਉਹਨਾਂ ਦੇ ਘਰ ਦੇ ਵੀ ਅੱਜ ਤੱਕ ਕਿਸੇ ਦੇ ਘਰ ਤੱਕ ਕਰੋਨਾ ਨਹੀਂ ਪਹੁੰਚਿਆ ਜੀ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਖਰੀ ਉਮੀਦ ਉਸ ਪਰਮਾਤਮਾ ਤੇ ਹੁੰਦੀ ਹੈ ਤੇ ਉਸ ਪਰਮਾਤਮਾ ਨੇ ਇਹਨਾਂ ਨੂੰ ਇਹਨਾਂ ਬਲ ਬਖਸ਼ਿਆ ਕਿ ਇਹ ਕਰੋਨਾ ਕਾਲ ਦੇ ਵਿੱਚ ਇਹਨਾਂ ਦੇ ਖੁਦ ਨੂੰ ਹੀ ਕਿ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਉਸ ਪਰਮਾਤਮਾ ਨੇ ਤੰਦਰੁਸਤ ਰੱਖਿਆ। ਤੇ ਜਿਵੇਂ ਕਿ ਤੁਸੀਂ ਇੱਥੇ ਬਾਹਰ ਲਿਖ ਕੇ ਲਗਾਇਆ ਹੋਇਆ ਕਿ ਹਰ ਸਮਾਨ 11 ਰੁਪਏ ਵਿੱਚ, ਤੇ ਇੱਥੇ ਕਿਸ ਤਰੀਕੇ ਨਾਲ ਤੁਹਾਡਾ ਇਹ ਸਾਰਾ NGO ਦਾ ਖਰਚਾ ਚੱਲਦਾ ਹੈ? ਤੇ 11 ਰੁਪਏ ਵਿੱਚ, ਜਿਵੇਂ ਕਿ ਤੁਸੀਂ ਸਭ ਜਾਣਦੇ ਹੋ, 11 ਰੁਪਏ ਦੇ ਵਿੱਚ ਅਸੀਂ ਢਾਬੇ 'ਤੇ ਇੱਕ ਦਾਲ ਲੈਣ ਚੱਲ ਜਾਈਏ, ਉਹ ਵੀ 30-40 ਰੁਪਏ ਤੋਂ ਘੱਟ ਨਹੀਂ ਹੈ ਪਲੇਟ।
ਤੇ ਇਹ 11 ਰੁਪਏ ਵਿੱਚ ਇੱਥੇ ਪੂਰੀ ਰੋਟੀ ਦੇ ਵਿੱਚ ਦੁਪਹਿਰ ਦਾ ਖਾਣਾ ਤੱਕ ਮੁਹੱਈਆ ਕਰਵਾਉਂਦੇ ਆ। ਤੇ ਇਹਨਾਂ ਕੋਲ ਪੁੱਛਦੇ ਆ ਕਿ ਉਹ ਸਾਰਾ ਕਿਸ ਤਰੀਕੇ ਨਾਲ ਮੈਨੇਜ ਕਰਦੇ ਆ। ਇਸ ਤਰ੍ਹਾਂ ਕਿ ਵੀਰ ਜੀ ਜੋ ਇੱਥੇ ਦੁਪਹਿਰ ਦਾ ਖਾਣਾ ਔਰ ਕੱਪੜਾ, ਸਭ ਤੋਂ ਪਹਿਲਾਂ ਤਾਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ 11 ਰੁਪਈਏ ਦੇ ਵਿੱਚ ਕੱਪੜਾ, 11 ਰੁਪਈਏ ਦੇ ਵਿੱਚ ਦੁਪਹਿਰ ਦਾ ਖਾਣਾ ਅਤੇ 11 ਰੁਪਈਏ ਦੇ ਵਿੱਚ ਦਵਾਈ ਮੁਹੱਈਆ ਕਰਾਈ ਜਾਂਦੀ ਹੈ। ਉਸ ਦੇ ਵਿੱਚ ਜਿੰਨੇ ਵੀ ਇਹ ਕੱਪੜੇ ਨੇ ਇਹ ਲੋਕਾਂ ਦੇ ਘਰਾਂ ਦੇ ਵਿੱਚੋਂ, ਜਿਨ੍ਹਾਂ ਦੇ ਕੋਲ ਮਤਲਬ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ, ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਕੱਪੜੇ ਪਏ ਹੁੰਦੇ ਨੇ ਜਿਨ੍ਹਾਂ ਦੇ ਯੂਜ਼ੇਬਲ ਨਹੀਂ ਹੈ, ਉਹ ਸਾਡੀ ਇੱਥੇ ਸੰਸਥਾ ਨੂੰ ਉਹ ਕੱਪੜੇ ਦੇ ਜਾਂਦੇ ਨੇ ਔਰ ਉਹ ਕੱਪੜੇ ਇੱਥੇ ਲੋੜਵੰਦਾਂ ਨੂੰ 11 ਰੁਪਈਏ ਦੇ ਵਿੱਚ ਮੁਹੱਈਆ ਕਰਾਏ ਜਾਂਦੇ ਨੇ। ਦੁਪਹਿਰ ਦਾ ਜੋ ਖਾਣਾ ਹੈ 11 ਰੁਪਈਏ ਦੇ ਵਿੱਚ। ਹੁਣ ਸੰਸਕਾਰ ਦੀ ਸੇਵਾ ਕਰਦਿਆਂ ਸਾਡੇ ਨਾਲ ਬਹੁਤ ਸੰਗਤ ਜੁੜ ਚੁੱਕੀ ਹੈ ਔਰ ਉਹਨਾਂ ਦੇ ਘਰਾਂ ਦੇ ਵਿੱਚੋਂ ਦਸਵੰਧ ਰੂਪ ਦੇ ਵਿੱਚ ਕਿਸੇ ਦੇ ਘਰੋਂ ਆਟਾ ਆ ਰਿਹਾ, ਕਿਸੇ ਦੇ ਘਰੋਂ ਦਾਲ, ਕਿਸੇ ਦੇ ਘਰੋਂ ਨਮਕ ਆ ਰਿਹਾ, ਜਾਂ ਕੋਈ ਮਾਈਕ ਤੌਰ ਦੇ ਉੱਤੇ ਸਾਡੀ ਇਸ ਸੰਸਥਾ ਨੂੰ ਮੰਥਲੀ ਸੇਵਾ ਦੇ ਰਹੇ ਨੇ ਔਰ ਉਹਨਾਂ ਦੇ ਸਹਿਯੋਗ ਸਦਕਾ ਹੀ ਇਸ ਸੰਸਥਾ ਦੇ ਵਿੱਚ ਇਹ ਲੰਗਰ, ਦਵਾਈ ਔਰ ਕੱਪੜੇ ਦੀ ਸੇਵਾ ਚੱਲ ਰਹੀ ਹੈ। ਜਿਵੇਂ ਕਿ ਸਾਨੂੰ ਪਤਾ ਲੱਗਾ ਸੀ ਕਿ ਇੱਥੇ ਤੁਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ, ਕੁਝ ਮਹੀਨਿਆਂ ਦੇ ਵਿੱਚ ਕਿਸੇ ਨੂੰ ਐਕਟਿਵਾ ਵੀ 11 ਰੁਪਏ ਵਿੱਚ ਦਿੱਤੀ ਹੈ। ਉਹ ਐਕਟਿਵਾ ਤੁਸੀਂ 11 ਰੁਪਏ ਵਿੱਚ ਕਿੱਦਾਂ ਦਿੱਤੀ ਹੈ? ਤੁਸੀਂ ਇਹ ਚੀਜ਼ ਨੂੰ ਸਪੋਜ਼ ਕਰ ਸਕਦੇ ਹੋ ਕਿ 11 ਰੁਪਏ ਦੇ ਵਿੱਚ ਕੋਈ ਐਕਟਿਵਾ ਵੀ ਕਿਸੇ ਨੂੰ ਦੇ ਸਕਦਾ? ਇਹਨਾਂ ਨੇ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਨੇ 11 ਰੁਪਏ ਦੇ ਵਿੱਚ ਇੱਕ ਐਕਟਿਵਾ ਵੀ ਦਿੱਤੀ। ਇਹਨਾਂ ਨੂੰ ਪੁੱਛਦੇ ਹੋ ਉਹ ਐਕਟਿਵਾ ਇਹਨਾਂ ਨੇ ਖੁਦ ਆਪਣੇ ਕੋਲੋਂ ਦਿੱਤੀ ਜਾਂ ਕਿਸੇ ਨੇ ਆਪਣੀ ਭੇਂਟ ਇੱਥੇ ਬੋਈ ਸੀਗੀ? ਉਹਨਾਂ ਕੋਲੋਂ ਪੁੱਛਦੇ ਹਾਂ। ਇਸ ਤਰ੍ਹਾਂ ਕਿ ਵੀਰ ਜੀ ਕੱਪੜੇ ਦੇ ਨਾਲ ਸਾਡੇ ਕੋਲ ਕਿਸੇ ਤਰੀਕੇ ਦਾ ਵੀ ਕੋਈ ਸਮਾਨ, ਜਿਸ ਤਰ੍ਹਾਂ ਕਿ ਟੀਵੀ, ਵਾਸ਼ਿੰਗ ਮਸ਼ੀਨ, ਫ੍ਰਿਜ, ਕੂਲਰ, ਕਿਸੇ ਤਰੀਕੇ ਦਾ ਵੀ ਕੋਈ ਸਮਾਨ ਆਂਦਾ ਹੈ ਮਹਿੰਗੇ ਤੋਂ ਮਹਿੰਗਾ, ਸੋਫੇ ਆਉਂਦੇ ਨੇ, ਬੈੱਡ ਆਉਂਦੇ ਨੇ, ਅਸੀਂ ਉਹ 11 ਰੁਪਈਏ ਦੇ ਵਿੱਚ ਹੀ ਲੋੜਵੰਦਾਂ ਨੂੰ ਮੁਹੱਈਆ ਕਰਾਉਂਦੇ ਹਾਂ। ਮਾਡਲ ਟਾਊਨ ਦੇ ਇੱਕ ਪਰਿਵਾਰ ਵੱਲੋਂ ਸਾਨੂੰ ਦਸਵੰਧ ਰੂਪ ਦੇ ਵਿੱਚ ਡੋਨੇਸ਼ਨ ਦੇ ਤੌਰ ਦੇ ਉੱਤੇ ਉਹਨਾਂ ਨੇ ਇੱਕ ਪੁਰਾਣੀ ਐਕਟਿਵਾ ਦਿੱਤੀ ਸੀ, ਜੋ ਕਿ ਕਿਸੇ ਪਰਿਵਾਰ ਨੂੰ 11 ਰੁਪਈਏ ਦੇ ਵਿੱਚ ਦਿੱਤੀ ਗਈ ਹੈ। ਤੇ ਸੁਣਿਆ ਜਾ ਰਿਹਾ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਬਲੱਡ ਕੈਂਪ ਵੀ ਲਗਾਏ ਜਾ ਰਹੇ। ਕੀ ਇਹ ਸਹੀ ਹੈ ਜੀ? ਬਿਲਕੁਲ ਜੀ। ਹੁਣ ਤੱਕ ਆਖਰੀ ਉਮੀਦ ਵੈਲਫੇਅਰ ਸੁਸਾਇਟੀ NGO ਵੱਲੋਂ ਅੱਜ ਤੱਕ ਅਸੀਂ ਥੈਲੇਸੀਮੀਆ ਬੱਚਿਆਂ ਵਾਸਤੇ, ਜੋ ਕਿ ਥੈਲੇਸੀਮੀਆ ਬੱਚਿਆਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਬਲੱਡ ਪ੍ਰੋਵਾਈਡ ਕੀਤਾ ਜਾਂਦਾ ਸਾਡੀ ਸੰਸਥਾ ਵੱਲੋਂ, ਹੁਣ ਤੱਕ ਅਸੀਂ 11 ਬਲੱਡ ਡੋਨੇਸ਼ਨ ਦੇ ਕੈਂਪ ਲਗਾ ਚੁੱਕੇ ਹਾਂ ਔਰ 12ਵਾਂ ਕੈਂਪ ਸਾਡਾ ਕਾਲਾ ਸੰਗਿਆ ਰੋਡ ਦੇ ਉੱਤੇ ਬਹੁਤ ਜਲਦੀ ਲੱਗਣ ਜਾ ਰਿਹਾ ਜੀ। ਇਹ ਜਿਹੜਾ ਕੈਂਪ ਹੈ ਇਹ ਫ੍ਰੀ ਆਫ ਕੋਸਟ ਹੁੰਦਾ? ਜੀ ਬਿਲਕੁਲ ਫ੍ਰੀ ਆਫ ਕੋਸਟ ਹੁੰਦਾ ਜੀ। ਇਹਦੇ 'ਚ ਜਿੰਨਾ ਵੀ ਸਾਡੇ ਕੋਲ ਬਲੱਡ ਇਕੱਠਾ ਹੁੰਦਾ ਹੈ ਇਹ ਥੈਲੇਸੀਮੀਆ ਦੇ ਬੱਚਿਆਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤਾ ਜਾਂਦਾ ਜੀ। ਇਹ ਤੁਸੀਂ ਦੇਖਿਆ ਕਿ ਜਿੱਦਾਂ ਪਰਮਾਤਮਾ ਤੋਂ ਬਾਅਦ ਪਰਮਾਤਮਾ ਨੇ ਆਪਣਾ ਇਹਨਾਂ ਨੂੰ ਇੱਕ ਜ਼ਰੀਆ ਬਣਾਇਆ ਤੇ ਇਹ ਉਸ ਤਰੀਕੇ ਨਾਲ ਸੇਵਾ ਕਰ ਰਹੇ। ਜਿਵੇਂ ਕਿ ਤੁਸੀਂ ਸਾਡੇ ਨਾਲ ਦੇਖ ਸਕਦੇ ਹੋ ਕਿ ਇਹਨਾਂ ਦੇ ਨਾਲ ਹੋਰ ਵੀ ਇਹਨਾਂ ਦੇ ਮੈਂਬਰਸ ਹੈ, ਇਹਨਾਂ ਕੋਲੋਂ ਵੀ ਅਸੀਂ ਜਾਣਦੇ ਹਾਂ ਕਿ ਇਹ ਇਹਨਾਂ ਨਾਲ ਕਿਸ ਤਰੀਕੇ ਨਾਲ ਜੁੜੇ, ਇਹਨਾਂ ਦੇ ਕੰਮ ਦੇਖ ਕੇ ਜੁੜੇ ਜਾਂ ਇਹਨਾਂ ਨੂੰ ਕਿਹੜੀ ਚੀਜ਼ ਇਹਨਾਂ ਦੀ ਚੰਗੀ ਲੱਗੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਕੀ ਨਾਮ ਹੈ? ਦਲੇਰ ਸਿੰਘ ਜੀ। ਸਰ ਤੁਸੀਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਨਾਲ ਕਿਸ ਤਰੀਕੇ ਨਾਲ ਜੁੜੇ ਤੇ ਤੁਹਾਨੂੰ ਇਹਨਾਂ ਦੇ ਕੀ ਕੰਮ ਅੱਛੇ ਲੱਗੇ? ਮੇਰਾ ਜਤਿੰਦਰਪਾਲ ਸਿੰਘ ਜੀ ਨਾਲ ਬਹੁਤ ਪਿਆਰ ਸੀ ਜੀ, ਤੇ ਇਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਇਹਨਾਂ ਨੂੰ ਮਿਲਦਾ ਹੁੰਦਾ ਸੀਗਾ ਤੇ ਇਹਨਾਂ ਕੋਲ ਆਇਆ ਤੇ ਇਹਨਾਂ ਨੇ ਦੱਸਿਆ ਇੱਥੇ ਵੀ ਇਸ ਤਰ੍ਹਾਂ ਕਰਕੇ ਆਪਣੀ NGO ਹੈਗੀ ਤੇ ਆਪਾਂ ਇਹ ਸੇਵਾ ਕਰਨੀ ਹੈ। ਤੇ ਫਿਰ ਜਦੋਂ ਕਰੋਨਾ ਕਾਲ ਦੇ ਵਿੱਚ ਡੈਥਾਂ ਹੋਈਆਂ ਤੇ ਇਹਨਾਂ ਨੇ ਸਾਨੂੰ ਨਾਲ ਜੋੜਿਆ ਆਪਣੇ, ਤੇ ਇਹ ਫਿਰ ਸੇਵਾ ਪਰਮਾਤਮਾ ਵੱਲੋਂ ਨਿਭਾਈ ਜਾ ਰਹੀ ਹੈ ਜੀ। ਸਰ ਜੋ ਕਰੋਨਾ ਕਾਲ ਦੇ ਵਿੱਚ ਡੈਥ ਹੋਈਆਂ ਉਹਨਾਂ ਦਾ ਸੰਸਕਾਰ ਕਰਨ ਲਈ ਤੁਸੀਂ ਵੀ ਨਾਲ ਇਹਨਾਂ ਦੇ ਗਏ? ਹਾਂਜੀ, ਨਾਲ ਸੀ। ਕਿੰਨੇ ਸੰਸਕਾਰ ਹੁਣ ਤੱਕ ਤੁਸੀਂ ਨਾਲ ਗਏ? 169 ਸੰਸਕਾਰ ਹੋ ਚੁੱਕੇ। ਉਹਨਾਂ ਵਿੱਚ ਤੁਸੀਂ ਕਿੰਨਿਆਂ ਵਿੱਚ ਸੇਵਾ ਨਿਭਾਈ? ਮੈਂ ਤਕਰੀਬਨ 1-2 ਵਿੱਚ ਮਿਸ ਹੋਈਆਂ, ਵੈਸੇ ਸਾਰਿਆਂ ਵਿੱਚ ਹੀ ਸੀਗਾ ਜੀ। ਜਿਵੇਂ ਕਿ ਤੁਸੀਂ ਦੇਖਿਆ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵਿੱਚ ਅਸੀਂ ਅੱਜ ਆਏ ਹਾਂ ਤੇ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ। ਸਾਡੇ ਨਾਲ ਜਤਿੰਦਰਪਾਲ ਸਿੰਘ ਜੀ ਨੇ ਜੋ ਕਿ ਇੱਥੇ ਦੇ ਚੇਅਰਮੈਨ ਨੇ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਜੋ ਇਹਨਾਂ ਨੇ ਇੱਥੇ ਜੋ ਇੰਤਜ਼ਾਮ ਕੀਤੇ ਹੋਏ ਨੇ ਉਹਨਾਂ ਦੇ ਬਾਰੇ ਸਾਨੂੰ ਸਾਰਾ ਵੇਰਵਾ ਦੱਸਣ। ਜਿਵੇਂ ਕਿ ਤੁਸੀਂ ਸਾਡੇ ਪਿੱਛੇ ਦੇਖ ਰਹੇ ਹੋ ਕਿ ਕੱਪੜੇ ਹੈ, ਇੱਥੇ ਫਰਨੀਚਰ ਤੱਕ ਇੱਥੇ ਪਿਆ ਹੈ, ਇਹ ਸਾਰਾ 11 ਰੁਪਏ ਦੇ ਵਿੱਚ ਇਹ ਮੁਹੱਈਆ ਕਰਵਾਉਂਦੇ ਆ ਸਭ ਨੂੰ। ਜੋ ਜ਼ਰੂਰਤਮੰਦ ਹੈ ਸਿਰਫ ਉਹਨਾਂ ਨੂੰ ਮੁਹੱਈਆ ਕਰਵਾਉਂਦੇ ਆ। ਇਹਨਾਂ ਨੇ ਸੈਨੀਟਾਈਜ਼ ਦੀ ਸੇਵਾ ਵੀ ਫ੍ਰੀ ਕੀਤੀ, ਜਿਵੇਂ ਕਿ ਕਰੋਨਾ ਕਾਲ ਚੱਲ ਰਿਹਾ ਸੀਗਾ। ਇਹਨਾਂ ਨੇ ਜਿਵੇਂ ਕਿ ਤੁਹਾਨੂੰ ਦੱਸਿਆ 169 ਸੰਸਕਾਰ ਇਹਨਾਂ ਨੇ ਕੋਵਿਡ ਦੇ ਚੱਲਦੇ ਇਹਨਾਂ ਨੇ ਕੀਤੇ। ਹਾਂਜੀ ਸਰ, ਇਹ ਜੋ ਜਿੰਨੇ ਕੱਪੜੇ ਆ ਸਾਰੇ ਕਿਸ ਤਰੀਕੇ ਨਾਲ ਤੁਹਾਨੂੰ ਆਉਂਦੇ ਆ ਤੇ ਕਿਸ ਤਰੀਕੇ ਨਾਲ ਤੁਸੀਂ ਅੱਗੇ ਕਰਦੇ ਹੋ ਸਾਰੇ? ਜੀ ਇਹ ਕੱਪੜੇ ਜੋ ਹੈ ਇਹ ਲੋਕਾਂ ਦੇ ਪਰਿਵਾਰਾਂ ਦੇ ਜੋ ਜਿਸ ਦੇ ਘਰ ਦੇ ਵਿੱਚ ਵੀ, ਹਰ ਘਰ ਦੇ ਵਿੱਚ ਅਗਰ ਆਪਾਂ ਸਫਾਈ ਕਰੀਏ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੱਪੜੇ ਪਏ ਹੁੰਦੇ ਨੇ ਜੋ ਸਾਡੇ ਯੂਜ਼ਲੈਸ ਹੈ।
ਔਰ ਉਹਨਾਂ ਪਰਿਵਾਰਾਂ ਦੇ ਵਿੱਚੋਂ ਉਹ ਕੱਪੜੇ ਉਹ ਸਾਡੀ ਇੱਥੇ ਸੰਸਥਾ ਨੂੰ ਦੇ ਜਾਂਦੇ ਨੇ ਜਾਂ ਉਸ ਸੰਸਥਾ ਦੇ ਨੰਬਰ ਦੇ ਉੱਤੇ ਫੋਨ ਕਰ ਦਿੰਦੇ ਨੇ ਔਰ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਪੜੇ ਜਾਂ ਹੋਰ ਕਿਸੇ ਤਰੀਕੇ ਦੀ ਕੋਈ ਸੇਵਾ ਆ ਉਹ ਲੈ ਕੇ ਆਉਣ ਦੀ ਸੇਵਾ ਜਿਹੜੀ ਉਹ ਸਾਡੀ ਸੰਸਥਾ ਵੱਲੋਂ ਨਿਭਾਈ ਜਾਂਦੀ ਹੈ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਲੋਕ ਆਪਣੇ ਘਰੋਂ ਬੈਠੇ ਵੀ ਫੋਨ ਕਰਕੇ ਇਹਨਾਂ ਨੂੰ ਜੋ ਜ਼ਰੂਰਤਮੰਦ ਲੋਕਾਂ ਦੇ ਲਈ ਸੇਵਾ ਪਾਣਾ ਚਾਹੁੰਦੇ ਆ ਉਹ ਇਹਨਾਂ ਨੇ ਇੱਕ ਨੰਬਰ ਇਹਨਾਂ ਕੋਲੋਂ ਅਸੀਂ ਪੁੱਛਾਂਗੇ ਕਿ ਉਹ ਕੀ ਨੰਬਰ ਹੈਗਾ ਤੇ ਜਿੰਦੇ ਤੇ ਉਹ ਕਾਲ ਕਰਕੇ ਆਪਣੀ ਸੇਵਾ ਨਿਭਾ ਸਕਦੇ ਆ। ਸਰ ਸਾਨੂੰ ਇਹਨਾਂ ਦਾ ਨੰਬਰ ਥੋੜਾ ਜਿਹਾ ਦੱਸੋਗੇ? ਜੀ ਦੇਖੋ ਜੀ, ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦਾ ਜੋ ਮੁੱਖ ਦਫ਼ਤਰ ਹੈ, ਪਹਿਲੇ ਤਾਂ ਮੈਂ ਉਹਦੀ ਲੋਕੇਸ਼ਨ ਤੁਹਾਨੂੰ ਦੱਸਣੀ ਚਾਹਾਂਗਾ ਕਿ ਬਸਤੀ ਸ਼ੇਖ ਰੋਡ ਦੇ ਉੱਤੇ ਬਵਰੀਕ ਚੌਂਕ ਦੇ ਲਾਗੇ ਬੈਂਕ ਆਫ ਬੜੌਦਾ ਦੀ ਅਪਸਟੇਅਰ ਬਿਲਡਿੰਗ ਹੈ, ਉਹਦੇ ਉੱਪਰ ਸਾਡਾ ਇੱਥੇ 11/11 ਦਾ, ਜਿਹਨੂੰ ਕਿ ਅਸੀਂ ਲੋੜਵੰਦਾਂ ਵਾਸਤੇ 11/11 ਦਾ ਸ਼ੋਰੂਮ ਦਾ ਨਾਮ ਵੀ ਦਿੱਤਾ ਆ। ਇੱਥੇ ਹਰ ਸਮਾਨ 11 ਰੁਪਈਏ ਦੇ ਵਿੱਚ ਲੋੜਵੰਦਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਅਤੇ ਦੁਪਹਿਰ ਦਾ ਖਾਣਾ ਉਹਦੇ ਨਾਲ ਸ਼ਨੀਵਾਰ ਔਰ ਐਤਵਾਰ ਸਾਡੇ ਡਾਕਟਰ ਸਾਹਿਬ ਇੱਥੇ ਬੈਠਦੇ ਨੇ, ਜਿਹਦੇ ਵਿੱਚ ਕਿ 11 ਰੁਪਈਏ ਦੇ ਵਿੱਚ ਦਵਾਈ ਮੁਹੱਈਆ ਕਰਾਈ ਜਾਂਦੀ ਹੈ। ਔਰ ਇਹਦੇ ਨਾਲ ਸਾਡੇ ਕੋਲ ਕਿਸੇ ਤਰੀਕੇ ਦਾ ਕੋਈ ਸਮਾਨ, ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਟੀਵੀ ਪਏ ਨੇ, ਟੀਵੀ ਦੇ ਨਾਲ ਸਾਡੇ ਕੋਲ ਕੋਈ ਫ੍ਰਿਜ, ਵਾਸ਼ਿੰਗ ਮਸ਼ੀਨ ਕੁਝ ਵੀ ਆਉਂਦਾ ਹੈ ਤੇ ਉਹ 11 ਰੁਪਏ। ਥੋੜਾ ਜਿਹਾ ਸਾਨੂੰ ਦੱਸੋਗੇ ਕਿ ਇਹ ਜੋ ਇਹ ਹੈ ਕਿਸ ਤਰੀਕੇ ਨਾਲ ਉਹਨਾਂ ਜਿਸ ਤਰ੍ਹਾਂ ਕਿ ਇਹ ਕੱਪੜੇ ਨੇ, ਹੁਣ ਇਹ ਜੀਨ ਦੀ ਪੈਂਟ ਆ ਜਾਂ ਬੱਚੇ ਦੀ ਕੁਝ ਵੀ ਇਹਨੂੰ ਲੇਡੀਜ਼ ਦਾ ਕਹਿ ਸਕਦੇ ਆ, ਇੱਧਰ ਜੈਂਟਸ ਸ਼ਰਟਾਂ ਲੱਗੀਆਂ ਨੇ। ਔਰ ਕੋਈ ਵੀ ਕਿਸੇ ਪਰਿਵਾਰ ਨੇ ਕਿਸੇ ਨੇ ਅਗਰ ਇੱਥੇ ਸਾਡੇ ਕੋਲ ਸੰਸਥਾ ਦੇ ਵਿੱਚ ਆਉਣਾ ਹੈ, ਉਹਨੂੰ ਹਰ ਇੱਕ ਤਰ੍ਹਾਂ ਦਾ ਕੱਪੜਾ ਇੱਥੇ 11 ਰੁਪਈਏ ਦੇ ਵਿੱਚ ਮੁਹੱਈਆ ਕਰਾਇਆ ਜਾਏ। ਮੈਂ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਕਿ ਤੁਸੀਂ NGO ਦਾ ਇੱਕ ਨੰਬਰ ਜੋ ਹੈ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਜੀ ਸਾਡੀ ਸੰਸਥਾ ਦੇ 5 ਨੰਬਰ ਚੱਲ ਰਹੇ ਆ ਜੀ। ਉਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਹੈ 9115560161। ਮੈਂ ਦੁਬਾਰਾ ਤੋਂ ਰਿਪੀਟ ਕਰਨਾ ਚਾਹੁੰਦਾ ਜੀ, 9115560161 ਔਰ ਇਦਾਂ ਹੀ 61 62 63 64 65 ਇਹ 5 ਨੰਬਰ ਸਾਡੀ ਸੰਸਥਾ ਦੇ ਚੱਲ ਰਹੇ ਨੇ। ਮੈਂ ਸਾਰਿਆਂ ਨੂੰ ਅਪੀਲ ਕਰਨੀ ਚਾਹਾਂਗਾ ਕਿ ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਅੱਗੇ ਵਧੀਏ ਔਰ ਇੱਕ ਛੋਟਾ ਜਿਹਾ ਉਪਰਾਲਾ ਅਸੀਂ ਸ਼ੁਰੂ ਕੀਤਾ, ਇਸ ਦੇ ਨਾਲ ਤੁਹਾਡਾ ਸਾਥ ਹੋਵੇਗਾ ਤੇ ਅਸੀਂ ਇਹਨੂੰ ਵੱਡਾ ਕਰ ਸਕਦੇ ਹਾਂ। ਔਰ ਜਿਨ੍ਹਾਂ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਜੋ ਆਪਣੇ ਘਰ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਸਮਾਨ ਪਿਆ ਜੋ ਤੁਹਾਡੇ ਯੂਜ਼ 'ਚ ਨਹੀਂ ਹੈ, ਉਹ ਤੁਸੀਂ ਸਾਡੀ ਸੰਸਥਾ ਨੂੰ ਦੇ ਸਕਦੇ ਹੋ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਪਿੱਛੇ ਕਈ ਤਰ੍ਹਾਂ ਦਾ ਸਮਾਨ ਪਿਆ, ਫਾਊਂਡੇਸ਼ਨ ਦਾ ਸਮਾਨ ਵੀ ਪਿਆ, ਘਰ ਦਾ ਜੋ ਜ਼ਰੂਰੀ ਸਮਾਨ ਹੈ। ਜਿੱਦਾਂ ਵੀਰ ਜੀ ਇਹ ਜਿੰਨੀਆਂ ਸ਼ਰਟਸ ਲੱਗੀਆਂ ਹੋਈਆਂ ਨੇ, ਇਹ ਹਾਫ ਸਲੀਵ ਹੈ, ਨੀਚੇ ਫੁੱਲ ਸਲੀਵ ਹੈ ਔਰ ਜਿੰਨੀਆਂ ਵੀ ਸ਼ਰਟਸ ਨੇ ਇਹ ਸਾਰੀਆਂ ਹੀ 11 ਰੁਪਈਏ ਦੇ ਵਿੱਚ ਮੁਹੱਈਆ ਕਰਾਈਆਂ ਜਾਂਦੀਆਂ ਨੇ। ਉਹਦੇ ਨਾਲ ਜਿਸ ਤਰ੍ਹਾਂ ਬੱਚੇ ਪਜਾਮੇ ਪਏ ਨੇ, ਪੈਂਟਸ ਪਈਆਂ ਨੇ ਜਾਂ ਜਿੰਨੇ ਵੀ ਕੱਪੜੇ ਪਏ ਨੇ, ਹਰ ਕੱਪੜਾ 11 ਰੁਪਏ ਦੇ ਵਿੱਚ ਹੀ ਮੁਹੱਈਆ ਕਰਾਇਆ ਜਾਂਦਾ। ਆਜੋ ਮੈਂ ਅੱਗੇ ਥੋੜਾ ਜਿਹਾ ਲੈ ਕੇ ਟੀ-ਸ਼ਰਟਸ ਲੱਗੀਆਂ ਨੇ ਜੀ, ਇਹ ਸਾਰੀਆਂ ਹਾਫ ਸਲੀਵ ਟੀ-ਸ਼ਰਟਸ ਨੇ ਔਰ ਇਹ ਮੈਂ ਸੋਚਦਾ ਕਿ ਇਹ 11 ਰੁਪਈਏ ਦੇ ਵਿੱਚ ਟੀ-ਸ਼ਰਟ ਦੇਖੋ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੁਹੱਈਆ ਕਰਾਈ ਜਾਂਦੀ ਹੈ। ਔਰ ਇਹ ਸਾਡੇ, ਮੈਂ ਸਭ ਤੋਂ ਪਹਿਲਾਂ ਉਹ ਸੰਗਤ ਦਾ ਔਰ ਦਾਨੀ ਸੱਜਣਾ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਸਪੋਰਟਸ ਮਾਰਕੀਟ ਦੇ ਵਿੱਚੋਂ ਜਿਨ੍ਹਾਂ ਨੇ ਕਿ ਇਹ ਬ੍ਰਾਂਡਡ ਟੀ-ਸ਼ਰਟਸ ਨੇ, ਜਿਨ੍ਹਾਂ ਦੇ ਉੱਤੇ ਕਿ ਤੁਸੀਂ ਦੇਖ ਸਕਦੇ ਹੋ ਕਿ ਹਜੇ ਤੱਕ ਟੈਗ ਲੱਗੇ ਹੋਏ, ਇਹ ਨਵੀਆਂ ਟੀ-ਸ਼ਰਟਸ ਉਹਨਾਂ ਨੇ ਸਾਨੂੰ ਭੇਜੀਆਂ ਨੇ ਔਰ ਇਹ ਹਰ ਇੱਕ ਕਿਸੇ ਨੂੰ 11 ਰੁਪਏ ਦੇ ਵਿੱਚ ਮੁਹੱਈਆ ਕਰਾਈ ਜਾਂਦੀ ਹੈ। ਤੇ ਜਿਵੇਂ ਕਿ ਜੀ ਜਤਿੰਦਰ ਜੀ, ਜਿਵੇਂ ਕਿ ਤੁਸੀਂ ਇੱਥੇ ਇਸ ਤਰੀਕੇ ਨੂੰ ਮੈਨੇਜ ਕੀਤਾ ਹੋਇਆ ਹੈ, ਸਭ ਕੁਝ ਮੈਨੇਜ ਕੀਤਾ ਹੈ, ਇਹਦੇ ਵਾਸਤੇ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਮੈਨੇਜ ਕਰਦੇ ਹੋ ਕਿ ਇੱਥੇ ਕੋਈ ਸੇਵਾ ਕਰਨ ਆਉਂਦੇ ਆ ਜਾਂ ਕੋਈ ਤੁਸੀਂ ਸੈਲਰੀ ਬੇਸ ਤੇ ਕੋਈ ਕਿਸੇ ਨੂੰ ਰੱਖਿਆ ਹੋਇਆ ਇੱਥੇ? ਇਸ ਤਰ੍ਹਾਂ ਜੀ, ਇਸ ਸੰਸਥਾ ਦੇ ਵਿੱਚ ਕੋਈ ਵੀ ਤਨਖਾਹ ਤੇ ਨਹੀਂ ਹੈ, ਇੱਕ ਸਿਰਫ ਮੈਡਮ ਨੂੰ ਛੱਡ ਕੇ। ਇੱਥੇ ਇੱਕ ਪੂਜਾ ਮੈਡਮ ਜੀ ਨੇ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ, ਸਾਡੇ ਨਾਲ ਬਹੁਤ ਵੱਡੀ ਸੇਵਾ ਕਰ ਰਹੇ ਨੇ, ਜੋ ਕਿ ਇੱਥੇ ਲੰਗਰ ਦਾ ਜਿਹੜਾ ਇੰਤਜ਼ਾਮ ਹੈ, ਲੰਗਰ ਦਾ ਖਾਣਾ ਜਿਹੜਾ ਦੁਪਹਿਰ ਦਾ ਉਹ ਤਿਆਰ ਕਰਦੇ ਨੇ। ਉਹਦੇ ਨਾਲ ਉਹ ਸਾਰੀ ਦਿਹਾੜੀ ਇੱਥੇ ਮਤਲਬ ਕੱਪੜਿਆਂ ਦੀ ਸੇਵਾ ਵੀ ਕਰਦੇ ਨੇ ਔਰ ਉਹਦੇ ਨਾਲ ਸੰਗਤ ਵੀ ਸਾਡੇ ਕੋਲ ਆਉਂਦੀ, ਜੋ ਸਾਡੇ ਵਲੰਟੀਅਰਸ ਨੇ, ਜੋ ਟਾਈਮ ਕਿਸੇ ਨੂੰ ਨਿਕਲਦਾ, ਕੋਈ 1 ਘੰਟਾ, ਕੋਈ 2 ਘੰਟੇ, ਕੋਈ 3 ਘੰਟੇ, ਉਹ ਸੰਸਥਾ ਦੇ ਕੋਲ ਟਾਈਮ ਨਿਕਾਲ ਕੇ ਇੱਥੇ ਆ ਕੇ ਸੇਵਾ ਕਰਦੇ ਨੇ। ਹਾਂਜੀ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਧਰ ਕਿ ਇੱਧਰ ਟੀਵੀ ਵੀ ਪਏ ਨੇ, ਵੀਲ ਚੇਅਰ ਵੀ ਪਈ ਹੈ ਤੇ ਇਹ ਸਭ ਚੀਜ਼ਾਂ ਜਤਿੰਦਰ ਜੀ ਸਭ ਬਿਲਕੁਲ ਜੀ, ਬਿਲਕੁਲ ਇਹ ਟੀਵੀ ਹੈ, ਜਿਸ ਤਰ੍ਹਾਂ ਟੀਵੀ 11 ਰੁਪਏ 'ਚ ਦਿੱਤਾ ਜਾਂਦਾ ਹੈ। ਹੋਰ ਵੀ ਕੀਮਤੀ ਤੋਂ ਕੀਮਤੀ ਕੋਈ ਵੀ ਸਮਾਨ ਆਉਂਦਾ ਉਹ 11 ਰੁਪਏ 'ਚ ਮੁਹੱਈਆ ਕਰਾਇਆ ਜਾਂਦਾ। ਇਹਦੇ ਨਾਲ ਸਾਡੇ ਕੋਲ ਫ੍ਰਿਜ, ਮਤਲਬ ਲਾਸਟ ਟਾਈਮ ਸਾਡੇ ਕੋਲ ਇੱਕ ਸੋਫਾ ਆਇਆ ਸੀਗਾ, ਸੋਫਾ ਦਿੱਤਾ ਗਿਆ। ਮੈਂ ਵੀਲ ਚੇਅਰ ਦੀ ਥੋੜੀ ਜਿਹੀ ਬੇਨਤੀ ਕਰਨਾ ਚਾਹਾਂਗਾ ਸਾਰਿਆਂ ਨੂੰ ਕਿ ਕਿਸੇ ਵੀ ਪਰਿਵਾਰ ਨੂੰ, ਕਿਸੇ ਵੀ ਮੈਂਬਰ ਨੂੰ ਅਗਰ ਵੀਲ ਚੇਅਰ ਦੀ ਜ਼ਰੂਰਤ ਹੋਵੇ, ਉਹ ਸਾਡੀ ਸੰਸਥਾ ਦੇ ਕੋਲੋਂ ਬਿਲਕੁਲ ਫ੍ਰੀ ਦੇ ਵਿੱਚ ਚੇਅਰ ਲੈ ਕੇ ਜਾ ਸਕਦਾ। ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਕੋਈ ਬਹੁਤ ਜ਼ਰੂਰਤਮੰਦ ਹੋਵੇ, ਜਿਹਨੂੰ ਵੀਲ ਚੇਅਰ ਦੀ ਜ਼ਰੂਰਤ ਹੋਵੇ, ਉਹ ਇਹਨਾਂ ਕੋਲੋਂ ਫ੍ਰੀ ਦੇ ਵਿੱਚ ਲਿਜਾ ਸਕਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਇੱਥੇ 11 ਰੁਪਏ ਦੇ ਵਿੱਚ ਸਭ ਕੁਝ ਮਿਲਦਾ ਹੈ। ਇੱਦਾਂ ਹੀ ਜਤਿੰਦਰ ਜੀ ਨੇ ਸਾਨੂੰ ਦੱਸਿਆ ਕਿ ਜੇ ਕੋਈ ਬਹੁਤ ਜ਼ਿਆਦਾ ਲੋੜਵੰਦ ਹੈਗਾ ਤੇ ਉਹ ਇੱਥੋਂ ਦੀ ਵੀਲ ਚੇਅਰ, ਜਿਹਨੂੰ ਜ਼ਰੂਰਤ ਹੈ ਵੀਲ ਚੇਅਰ, ਜਿਹੜਾ ਨਹੀਂ ਚੱਲ ਪਾ ਸਕਦਾ,
ਉਹ ਫ੍ਰੀ ਵਿੱਚ ਇੱਥੋਂ ਲਿਜਾ ਸਕਦਾ ਹੈ। ਸਾਡੇ ਇੱਕ ਵੀਰ ਜੀ ਬੇਨਤੀ ਹੋਰ ਕਰਨੀ ਚਾਹਾਂਗੇ ਕਿ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਸੰਸਥਾ ਵੱਲੋਂ ਜਿਨ੍ਹਾਂ ਪਰਿਵਾਰਾਂ ਦੇ ਕੋਲ ਕੁਝ ਸਾਡੇ ਕੋਲ ਇਸ ਤਰ੍ਹਾਂ ਦੇ ਪਰਿਵਾਰ, ਕੁਝ ਸਾਡੇ ਕੋਲ ਇਸ ਤਰ੍ਹਾਂ ਦੇ ਲੋਕ ਵੀ ਆਉਂਦੇ ਨੇ ਜਿਹੜੇ ਕਿ ਫਾਈਨੈਂਸ਼ੀਅਲੀ ਇੰਨੇ ਕੁ ਕ੍ਰਾਈਸਿਸ ਦੇ ਵਿੱਚ ਨੇ ਕਿ ਉਹਨਾਂ ਦੇ ਕੋਲ ਦੁਪਹਿਰ ਦੇ ਖਾਣੇ ਵਾਸਤੇ ਜਾਂ ਆਪਣੇ ਕੱਪੜੇ ਵਾਸਤੇ ਜਾਂ ਕਿਸੇ ਚੀਜ਼ ਵਾਸਤੇ ਪੈਸੇ ਨਹੀਂ ਹੁੰਦੇ। ਸਾਡੀ ਸੰਸਥਾ ਵੱਲੋਂ ਉਹਨਾਂ ਨੂੰ ਇਹ ਸਾਰੇ ਕੱਪੜੇ, ਰੋਟੀ ਔਰ ਦਵਾਈ ਇਹ ਬਿਲਕੁਲ ਨਿਸ਼ਕਾਮ ਔਰ ਬਿਲਕੁਲ ਨਿਸ਼ੁਲਕ ਦਿੱਤਾ ਜਾਂਦਾ। ਉਹਨਾਂ ਕੋਲੋਂ 11 ਰੁਪਏ ਵੀ ਚਾਰਜ ਨਹੀਂ ਕੀਤੇ ਜਾਂਦੇ। ਜਿਵੇਂ ਕਿ ਤੁਸੀਂ ਦੱਸਿਆ ਕਿ ਇੱਥੇ 11 ਰੁਪਏ ਵੀ ਚਾਰਜ ਨਹੀਂ ਕੀਤੇ ਜਾਂਦੇ। ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੀਡ ਆ, ਬਹੁਤ ਜ਼ਿਆਦਾ ਨੀਡੀ ਪੀਪਲ ਆ ਜੋ ਰੋਡ ਤੇ ਸੌਂਦੇ ਨੇ, ਉਹੋ ਹੀ ਇੱਦਾਂ ਦੇ ਪੀਪਲਸ ਨੇ ਜਿਹੜੇ ਕਿ 11 ਰੁਪਏ ਵੀ ਮੈਨੇਜ ਨਹੀਂ ਕਰ ਸਕਦੇ। ਉਹਨਾਂ ਨੂੰ ਇਹ ਨਿਸ਼ਕਾਮ ਬਿਲਕੁਲ ਫ੍ਰੀ ਇੱਥੇ ਨਿਸ਼ੁਲਕ ਦਿੱਤਾ ਜਾਂਦਾ। ਇੱਥੇ ਸਭ ਕੁਝ, ਕੱਪੜੇ ਵੀ, ਖਾਣਾ ਵੀ। ਹੁਣ ਅਸੀਂ ਆ ਗੱਲ ਕਰਦੇ ਹਾਂ ਜੋ ਇੱਥੇ ਮੈਡਮ ਸੇਵਾ ਕਰਦੇ ਆ। ਜੀ ਸਤਿ ਸ਼੍ਰੀ ਅਕਾਲ ਮੈਮ। ਪੂਜਾ, ਤੁਹਾਨੂੰ ਇੱਥੇ ਸੇਵਾ ਕਰਦੇ ਨੂੰ ਕਿੰਨੀ ਦੇਰ ਹੋ ਗਈ? ਮੈਨੂੰ 3 ਮੰਥ ਹੋ ਗਏ। ਤੁਸੀਂ ਇੱਥੇ ਕਿਸ ਤਰੀਕੇ ਦੀ ਸੇਵਾ ਕਰਦੇ ਹੋ? ਜਿਵੇਂ ਕਿ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਇੱਕ ਤਾਂ ਤੁਸੀਂ ਖਾਣਾ ਬਣਾਉਂਦੇ ਹੋ, ਉਸ ਤੋਂ ਇਲਾਵਾ ਹਾਂਜੀ, ਕੱਪੜੇ ਮੇਨਟੇਨ ਕਰਕੇ ਰੱਖਦੀ ਹਾਂ। ਜੋ ਵੀ ਕੱਪੜੇ ਘਰਾਂ ਵਿੱਚੋਂ ਆਉਂਦੇ ਆ ਉਹ ਸਾਰੇ ਸਹੀ ਕਰਕੇ ਲਗਾਉਣੇ ਆ। ਸਾਰਾ ਦਿਨ ਭਈਆ ਜਦੋਂ ਨਹੀਂ ਹੁੰਦੇ ਮੈਂ ਉਹੀ ਇਕੱਲੀ ਸਾਰਾ ਕਰਦੀ ਹਾਂ ਕੰਮ। ਤੇ ਜਿਵੇਂ ਇੱਥੇ ਕੋਈ ਆਂਦਾ ਹੈ ਉਹਨਾਂ ਨੂੰ ਸਾਰਾ ਡੀਲਿੰਗ ਸਾਰੀ ਤੁਸੀਂ ਕਰਦੇ ਹੋ? ਹਾਂਜੀ ਜੀ, ਹਾਂਜੀ। ਜਿਵੇਂ ਇਹ ਅਲੱਗ-ਅਲੱਗ ਸਾਈਜ਼ ਦੇ ਵਿੱਚ ਕੱਪੜੇ ਆਉਂਦੇ, ਉਹ ਸਾਰੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ, ਅੱਛੇ ਤਰੀਕੇ ਨਾਲ ਮੈਨੇਜ ਕੀਤੇ ਹੋਏ ਆ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਚੱਪਲਾਂ ਵੀ ਜਿਹੜੇ ਜ਼ਰੂਰਤਮੰਦ ਆ, ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜ਼ਰੂਰਤਮੰਦ ਲੋਕਾਂ ਦੇ ਲਈ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਨਾਲ ਜੁੜਦੇ ਨੇ ਤੇ ਉਹਨਾਂ ਨੂੰ ਇਸ ਤਰੀਕੇ ਨਾਲ ਆਪਣਾ ਅਨਯੂਜ਼ਡ ਸਮਾਨ ਦੇ ਕੇ ਜਾਂਦੇ ਆ ਕਿ ਜੋ ਬਹੁਤ ਨੀਡੀ ਪੀਪਲ ਆ ਉਹਨਾਂ ਦੇ ਕੰਮ ਆ ਸਕੇ। ਤੇ ਉਸੇ ਤਰੀਕੇ ਨਾਲ ਇਹਨਾਂ ਦੀ ਵੀ ਇੱਕ ਬਹੁਤ ਵੱਡੀ ਸੇਵਾ ਹੈ ਕਿ ਜੋ ਇਸ ਤਰੀਕੇ ਨੂੰ, ਇਸ ਚੀਜ਼ ਨੂੰ ਹਰ ਤਰ੍ਹਾਂ ਨਾਲ ਮੈਨੇਜ ਕਰਕੇ ਰੱਖਦੇ ਆ। ਤੁਸੀਂ ਇਸ ਵੈਲਫੇਅਰ ਸੁਸਾਇਟੀ ਬਾਰੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਮੈਨੂੰ ਇਹ ਕੰਮ ਕਰਕੇ ਬਹੁਤ ਹੀ ਅੱਛਾ ਲੱਗਦਾ ਹੈ। ਮੈਂ ਆਪਣੇ ਦਿਲੋਂ ਹੀ ਇਹ ਕੰਮ ਕਰਦੀ ਹਾਂ। ਠੀਕ ਹੈ, ਜਿਵੇਂ ਕਿ ਤੁਸੀਂ ਦੇਖਿਆ ਜੀ ਇਹ ਸੇਵਾ ਕਰ ਰਹੇ ਤੇ ਨਿਸ਼ਕਾਮ ਸੇਵਾ ਵੀ ਕੋਈ ਹੀ ਕਰ ਸਕਦਾ ਹੈ। ਜ਼ਰੂਰੀ ਨਹੀਂ ਕਿ ਸੈਲਰੀ ਤੇ ਹੀ ਕੋਈ ਸੇਵਾ ਕਰਦਾ ਹੈ। ਸੈਲਰੀ ਇੱਕ ਅਲੱਗ ਚੀਜ਼ ਹੋ ਜਾਂਦੀ ਹੈ, ਜੋ ਸੇਵਾ ਦਿਲੋਂ ਕੀਤੀ ਜਾਂਦੀ ਹੈ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਤੁਸੀਂ ਦੇਖ ਸਕਦੇ ਹੋ ਇਹ ਸੇਵਾ ਦਾ ਨਤੀਜਾ ਹੈ ਜੋ ਕਿ ਇਹਨਾਂ ਨੇ ਸਾਰਾ ਇੱਥੇ ਕੀਤਾ ਹੋਇਆ, ਸਾਰਾ ਮੈਨੇਜ ਕਰਕੇ ਰੱਖਿਆ ਹੋਇਆ। ਤੇ ਇੱਥੇ ਦੇਖ ਸਕਦੇ ਹੋ ਤੁਸੀਂ ਕਿੰਨੀ ਸਫਾਈ ਹੈ ਤੇ ਕਾਫੀ ਖੁੱਲਾ ਡੁੱਲਾ ਹੈਗਾ। ਤੇ ਤੁਸੀਂ ਦੇਖ ਸਕਦੇ ਹੋ ਇੱਥੇ ਸਾਰਾ ਕੋਸਮੈਟਿਕ ਦਾ ਸਮਾਨ ਵੀ ਪਿਆ, ਜੂਸ ਵੀ ਪਿਆ। ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਥੇ ਰਾਸ਼ਨ ਦਾ ਵੀ ਸ਼ੁਰੂ ਕਰ ਰਹੇ ਹਾਂ ਜੀ। ਮੈਂ ਦੱਸਣਾ ਚਾਹੂੰਗਾ ਆਪਣੇ ਸਾਰਿਆਂ ਨੂੰ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਇੱਥੇ ਰਾਸ਼ਨ ਦਾ ਸ਼ੁਰੂ ਕੀਤਾ ਜਾ ਰਿਹਾ ਹੈ। ਉਹ ਬਹੁਤ ਜਲਦ ਪਰਮਾਤਮਾ ਵੱਲੋਂ ਹੀ ਅਸੀਸਾਂ, ਲੋਕਾਂ ਦੀਆਂ ਅਸੀਸਾਂ ਸਦਕਾ ਅਸੀਂ ਜਲਦੀ ਹੀ ਇੱਥੇ ਰਾਸ਼ਨ, ਉਹਦੇ ਵਿੱਚ ਆਟਾ, ਦਾਲ, ਨਮਕ ਔਰ ਬਿਲਕੁਲ ਜੋ ਇਹਦੇ ਵਿੱਚ ਕੋਈ ਕਮਾਈ ਨਹੀਂ ਕੀਤੀ ਜਾਏਗੀ। ਜੋ ਰੇਟ ਸਾਨੂੰ ਪਿੱਛੋਂ ਆਏਗਾ ਉਹੀ ਰੇਟ ਉੱਥੇ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਏਗਾ। ਔਰ ਉਹਦੇ ਨਾਲ ਅਸੀਂ ਇੱਕ ਸਕੀਮ ਲੈ ਕੇ ਆ ਰਹੇ ਹਾਂ ਬਹੁਤ ਜਲਦ, ਜਿਹਦੇ ਵਿੱਚ ਕਿ 1111 ਰੁਪਏ ਜੋ ਲੋੜਵੰਦ ਪਰਿਵਾਰ ਹੋਣਗੇ ਉਹਨਾਂ ਕੋਲ 1111 ਰੁਪਏ ਇੱਕ ਵਾਰ ਚਾਰਜ ਕੀਤੇ ਜਾਣਗੇ। ਔਰ ਉਹਨਾਂ ਨੂੰ ਸਾਲ ਦਾ ਰਾਸ਼ਨ, ਹਰ ਮਹੀਨੇ 500 ਰੁਪਏ ਦਾ ਰਾਸ਼ਨ ਜਿਹੜਾ ਆ ਕਿ ਉਹ ਬਿਲਕੁਲ ਫ੍ਰੀ ਦਿੱਤਾ ਜਾਏਗਾ। ਬਹੁਤ ਅੱਛੀ ਗੱਲ ਹੈ। 6000 ਰੁਪਏ ਦਾ ਰਾਸ਼ਨ, 6000 ਰੁਪਏ ਦਾ ਰਾਸ਼ਨ ਜੋ ਹੈ ਉਹ ਮਾਤਰ ਸਿਰਫ 1111 ਰੁਪਏ ਇੱਕ ਵਾਰੀ ਜਮ੍ਹਾਂ ਕਰਨ ਦੇ ਉੱਤੇ 6000 ਰੁਪਏ ਦਾ ਰਾਸ਼ਨ ਹਰ ਮਹੀਨੇ 500 ਰੁਪਏ ਦਾ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਏਗਾ। ਜਿਵੇਂ ਅਸੀਂ ਹੋਟਲਸ ਵਿੱਚ ਜਾਂਦੇ ਹਾਂ, ਉੱਥੇ ਇੱਕ ਬਫੇ ਮਿਲਦਾ। ਬਫੇ ਹੁੰਦਾ ਜੀ 1500 ਰੁਪਏ, 2000 ਰੁਪਏ, 3000 ਰੁਪਏ। ਉੱਥੇ ਆਪਾਂ ਸਿਰਫ ਇੱਕ ਵਾਰ ਰੋਟੀ ਖਾ ਸਕਦੇ ਹਾਂ। ਤੇ ਉੱਦਾਂ ਹੀ ਇਹਨਾਂ ਨੇ ਜੋ ਉਪਰਾਲਾ ਸੋਚਿਆ, ਪਰਮਾਤਮਾ ਇਹਨਾਂ ਦੇ ਉਸ ਉਪਰਾਲੇ ਨੂੰ ਬਹੁਤ ਜਲਦ ਕਾਮਯਾਬ ਬਣਾਏ। ਤੇ ਇਹਨਾਂ ਨੇ ਦੱਸਿਆ ਕਿ ਇੱਕੋ ਵਾਰੀ ਵਨ ਟਾਈਮ ਉਹਨਾਂ ਕੋਲੋਂ 1111 ਰੁਪਏ ਲਿੱਤੇ ਜਾਣਗੇ ਤੇ ਹਰ ਮਹੀਨੇ 500 ਰੁਪਏ ਦਾ ਰਾਸ਼ਨ ਉਹਨਾਂ ਦੇ ਘਰ ਭੇਜਿਆ ਜਾਏਗਾ। ਇੱਥੋਂ ਆ ਕੇ ਰਿਸੀਵ ਕਰ ਸਕਦੇ ਹਾਂ। ਇੱਥੋਂ ਆ ਕੇ ਉਹ ਰਿਸੀਵ ਕਰ ਸਕਦੇ ਆ। ਇਹ ਬਹੁਤ ਅੱਛੀ ਤੇ ਬਹੁਤ ਹੀ ਵਧੀਆ ਜ਼ਰੂਰਤਮੰਦ ਲੋਕਾਂ ਦੇ ਲਈ ਸਕੀਮ ਹੈ। ਜਿਹੜੇ ਇੱਥੇ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਵੈਰੀਫਾਈ ਕਿਸ ਤਰੀਕੇ ਨਾਲ ਕਰੋਗੇ ਕਿ ਬਹੁਤ ਨੀਡੀ ਹੈ? ਦੇਖੋ ਜੀ, ਉਹਨਾਂ ਦਾ ਸਾਰਿਆਂ ਦਾ ਹੀ, ਉਹਨਾਂ ਪਰਿਵਾਰਾਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਦੇ ਆਧਾਰ ਕਾਰਡ ਇੱਥੇ ਜਮ੍ਹਾਂ ਕੀਤੇ ਜਾਣਗੇ। ਔਰ ਨੀਡੀ ਪੀਪਲ ਹੀ ਸਾਡੇ ਕੋਲ ਆ ਰਹੇ ਨੇ, ਜਿਹੜਾ ਮਤਲਬ 11 ਰੁਪਏ ਦੇ ਵਿੱਚ ਕੱਪੜਾ, 11 ਰੁਪਏ 'ਚ ਰੋਟੀ, 11 ਰੁਪਏ ਦਵਾਈ, ਹੁਣ ਦੁਪਹਿਰ ਦਾ ਜੋ ਖਾਣਾ ਖਾ ਕੇ ਜਾ ਰਹੇ ਨੇ 11 ਰੁਪਏ 'ਚੋਂ ਸਾਰੇ ਹੀ ਨੀਡੀ ਨੇ। ਔਰ ਉਹਨਾਂ ਦੇ ਵਾਸਤੇ ਕੋਈ ਹੋਰ ਵੈਰੀਫਿਕੇਸ਼ਨ ਕਰਨ ਦੀ ਲੋੜ ਨਹੀਂ ਹੈ। ਫਿਰ ਵੀ ਸਾਡੀ ਸੰਸਥਾ ਵੱਲੋਂ ਔਰ ਮੈਂਬਰਸ ਵੱਲੋਂ ਜੋ ਵੀ ਮਤਲਬ ਹਦਾਇਤਾਂ ਹੋਣਗੀਆਂ ਔਰ ਜੋ ਅਸੀਂ ਇੰਸਟਰਕਸ਼ਨਸ ਰੱਖਾਂਗੇ ਉਹਦੇ ਉੱਤੇ ਵਰਕਆਊਟ ਕਰ ਰਹੇ ਹਾਂ ਜੀ। ਇਹ ਤੁਸੀਂ ਦੇਖ ਰਹੇ ਸੀਗੇ, ਅੱਜ ਅਸੀਂ ਆਏ ਹਾਂ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੇ ਵਿੱਚ। ਤੇ ਤੁਸੀਂ
ਆਖਰੀ ਉਮੀਦ ਵੈਲਫੇਅਰ ਸੁਸਾਇਟੀ ਦੇ ਨਾਲ ਜੁੜ ਕੇ ਉਹਨਾਂ ਦੇ ਲੋੜਵੰਦਾਂ ਲਈ ਸੇਵਾ ਕਰ ਸਕਦੇ ਹੋ। ਤੇ ਇੱਥੇ ਹੀ ਅਸੀਂ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਇਹ ਜੋ 11/11 ਵਾਲਾ ਸ਼ੋਰੂਮ ਹੈ, ਜੋ ਆਖਰੀ ਉਮੀਦ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ 11/11 ਵਾਲਾ ਸ਼ੋਰੂਮ, ਇਹਦੇ ਵਿੱਚ ਜੋ ਜ਼ਰੂਰਤਮੰਦ ਹੈ, ਜੋ ਤੁਹਾਡੇ ਘਰ ਦੇ ਨੇੜੇ ਹੈ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ, ਤੁਸੀਂ ਉਹਨਾਂ ਨੂੰ ਇੱਥੇ ਭੇਜੋ ਤੇ ਉਹਨਾਂ ਦਾ ਇੱਕ ਸਹਾਰਾ ਬਣੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।